ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ जुगाद सच है भी सच नानक होसी भी सच। वाहे गुरु वाहे गुरु वाहिगुरु। प्रणवो आदि एकंकारा जल थल मैयल कियो पसारा। आदि पुरख अविगत अविनाशी लोक चतुर्दश ज्योत प्रकाशी। आद पुरख अविगत अविनाशी लोक चतुर्दश ज्योत प्रकाशी। वाहिगुरु 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 वाहिगुरु। धन धन श्री गुरु नानक देव जी जागदी जोत सर्व व्यापक। धन धन श्री गुरु ग्रंथ साहिब जी कोटान कोट नमस्कार। मेर करो कृपा करो बख्श लवो पिछले अवगुण बख्श लवो। कृपा करो मेर करो। मन दी खोज सतगुरु जी समझाते हैं। बंदे खोज दिल हर रोज ना फिर परेशानी माहे। हर घर विच किनियां परेशानियां हन, कितने दुख कलेश हन। ਜਿਉਂ-ਜਿਉਂ ਪਰਿਵਾਰ ਜੁੜਦੇ ਜਾਂਦੇ ਹਨ ਗੁਰੂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਤਿਉਂ-ਤਿਉਂ ਘਰ ਦੇ ਕਲੇਸ਼ ਮੁੱਕਦੇ ਜਾਂਦੇ ਹਨ। ਪਰ ਮੂੜਾ ਮਨ ਇਹ ਸਮਝਦਾ ਨਹੀਂ। ਗੁਰੂ ਦੀ ਬਾਣੀ ਤਾਂ ਪੜ੍ਹਦਾ ਹੈ, ਪੜ੍ਹ ਕੇ ਸਿਰਫ ਪੜ੍ਹ ਕੇ ਹੀ ਰਹਿ ਜਾਂਦਾ ਹੈ। ਉਸ ਨੂੰ ਸਮਝ ਵਿਚਾਰ ਕੇ ਅਮਲੀ ਜੀਵਨ ਨਹੀਂ ਬਣਾ ਪਾਉਂਦਾ, ਹੋਰ ਦੁਖੀ ਰਹਿੰਦਾ ਹੈ। ਤੇ ਗੁਰੂ ਮਹਾਰਾਜ ਤੇ ਕਹਿੰਦੇ ਹਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਕਹਿੰਦੇ ਹਨ ਮਨ ਤੂੰ ਹੈ ਜੋਤ ਸਰੂਪ। ਕਿਹੜੀ ਜੋਤ ਹੈ, ਕਿਸ ਰੰਗ ਦੀ ਹੈ, ਅਸੀਂ ਕਦੀ ਪ੍ਰਤੀਤ ਕੀਤਾ? ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਸੀ।
ਆਤਮਾ ਨੇ ਹੀ ਆਤਮਾ ਨੂੰ ਅੰਦਰੋਂ ਪ੍ਰਤੀਤ ਕਰਨਾ ਹੈ, ਤਾਂ ਘਰ ਵਿੱਚੋਂ ਹੀ ਸਾਰਾ ਗਿਆਨ ਮਿਲ ਜਾਏਗਾ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ ਸੀ। ਆਓ ਸਤਿਗੁਰੂ ਜੀ ਕੀ ਸਮਝਾਉਂਦੇ ਹਨ, ਜੋ ਅਸੀਂ ਸਮਝਿਆ ਸਤਿਗੁਰੂ ਜੀ ਪਾਸੋਂ। ਕਹਿੰਦੇ ਹਨ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਕਹਿੰਦੇ ਹਨ, ਮਨ ਤੂੰ ਜੋਤ ਸਰੂਪ ਹੈ, ਤੂੰ ਆਪਣਾ ਮੂਲ ਨੂੰ ਪਹਿਚਾਣ। ਤੇਰਾ ਸਰੋਤ, ਤੇਰਾ ਮੂਲ ਕੀ ਹੈ, ਤੂੰ ਕਿੱਥੋਂ ਆਇਆ ਹੈ, ਤੇਰਾ ਜੀਵਨ ਦਾ ਮਨੋਰਥ ਕੀ ਹੈ, ਤੂੰ ਕਿੱਥੇ ਜਾਣਾ ਹੈ, ਤੇਰੀ ਮੰਜ਼ਿਲ ਕੀ ਹੈ, ਤੇਰਾ ਭਵਿष्य ਕੀ ਹੈ। ਆਓ ਅਸੀਂ ਸਮਝੀਏ ਸਤਿਗੁਰੂ ਜੀ ਪਾਸੋਂ ਕਿ ਮਨ ਦੀ ਜੋਤ ਨੂੰ ਅੰਦਰੋਂ ਕਿਵੇਂ ਉਜਾਗਰ ਕਰਨਾ ਹੈ, ਕਿਵੇਂ ਪਹਿਚਾਨਣਾ ਹੈ, ਕਿਵੇਂ ਪ੍ਰਤੀਤ ਕਰਨਾ ਹੈ। ਕਹਿੰਦੇ ਹਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ। ਉਹ ਹਰੀ ਪਿਤਾ ਪਰਮੇਸ਼ਵਰ ਜੋ ਸਾਡੇ ਸਾਰੇ ਅਵਗੁਣ, ਸਾਡੇ ਵਿਸ਼ੇ ਵਿਕਾਰ, ਸਾਡੀ ਭੈੜੀ ਮਤ ਨੂੰ ਹਰ ਲੈਂਦਾ ਹੈ, ਐਸਾ ਹਰ ਜੀ ਹੈ। ਉਹ ਹਰ ਜੀ ਤੇਰੇ ਨਾਲ ਹੈ। ਉਹ ਨਾਲ ਜੋ ਅੰਦਰ ਹੈ, ਉਹ ਅੰਦਰਲੇ ਨੂੰ ਕਿਵੇਂ ਪਹਿਚਾਨਣਾ ਹੈ। ਉਸ ਅਕਸ਼ ਨੂੰ, ਉਸ ਅੰਸ਼ ਨੂੰ, ਜੋ ਉਸ ਅੰਸ਼ੀ ਪਰਮੇਸ਼ਵਰ ਪਾਸੋਂ ਸਾਨੂੰ ਉਸ ਦਾ ਅੰਸ਼, ਇੱਕ ਕਿਰਨ ਪ੍ਰਾਪਤ ਹੋਈ। ਜਿਵੇਂ ਸੂਰਜ ਦੀ ਕਿਰਨਾਂ ਹਨ, ਉਸ ਤਰ੍ਹਾਂ ਹੀ ਪਰਮੇਸ਼ਵਰ ਦੀ ਜੋ ਜੋਤ ਵਿੱਚੋਂ, ਉਸ ਪਰਮ ਜੋਤ ਚੋਂ ਇੱਕ ਕਿਰਨ ਹਰ ਇੱਕ ਦੇ ਅੰਦਰ ਉਹ ਕਿਰਨ ਹੈ। ਉਸ ਜੋਤ ਨੂੰ ਮਹਿਸੂਸ ਕਰਨਾ, ਉਜਾਗਰ ਕਰਨਾ ਗੁਰੂ ਦੀ ਮੱਤ ਦੇ ਨਾਲ। ਹੁਣੇ ਉਸ ਜੋਤ ਤੇ ਅਸੀਂ ਕਈ ਤਰ੍ਹਾਂ ਦੇ ਪਰਦੇ ਪਾਏ ਹੋਏ ਹਨ, ਉਸ ਜੋਤ ਨੂੰ ਅਸੀਂ ਉਜਾਗਰ ਨਹੀਂ ਕੀਤਾ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਉਸ ਦੇ ਉੱਤੇ, ਉਸ ਜੋਤ ਦੇ ਉੱਤੇ ਜਨਮਾਂ ਜਨਮਾਂ ਦੇ ਸੰਸਕਾਰਾਂ ਦੀ ਮੈਲ, ਜਨਮਾਂ ਜਨਮਾਂ ਦੇ ਜੂਨਾਂ ਦੇ ਪ੍ਰਭਾਵ, ਜਨਮਾਂ ਜਨਮਾਂ ਦੇ ਭੈੜੀ ਮਤ, ਭੋਗੇ ਹੋਏ ਪਦਾਰਥਾਂ ਦੀ ਮੈਲ, ਅਨਭੋਗੇ ਪਦਾਰਥਾਂ ਨੂੰ ਪਾਣ ਦੀ ਇੱਛਾ, ਨਫ਼ਰਤ, ਦੁੱਖ, ਕਲ, ਕਲੇਸ਼, ਮੋਹ, ਮਾਇਆ, ਝੂਠ, ਨਿੰਦਾ, ਇਹ ਸਾਰੇ ਦੇ ਸਾਰੇ ਅਵਗੁਣ, ਇਹ ਸਾਰੇ ਦੀ ਸਾਰੀ ਮੈਲਾਂ ਜਨਮਾਂ ਦੀਆਂ ਸਾਡੀ ਜੋਤ ਦੇ ਉੱਤੇ ਪੈਂਦੀਆਂ ਜਾ ਰਹੀਆਂ ਹਨ, ਪੈਂਦੀਆਂ ਜਾ ਰਹੀਆਂ ਹਨ। ਜੋ ਗੁਰਮੁਖ ਪਰਿਵਾਰ, ਜੋ ਗੁਰਮੁਖ ਜਨ ਗੁਰੂ ਦੀ ਬਾਣੀ ਨਾਲ ਜੁੜ ਕੇ, ਉਸ ਪਾਰਸ ਦੇ ਨਾਲ ਜੁੜ ਕੇ ਪਾਰਸ ਬਣ ਰਹੇ ਹਨ, ਲੋਹੇ ਤੋਂ ਪਾਰਸ ਬਣ ਰਹੇ ਹਨ, ਐਸੇ ਗੁਰਮੁਖ ਜਨ ਵਿਰਲੇ ਹੀ ਹਨ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਅਮਲੀ ਬਣਾਇਆ ਹੈ। ਗੁਰੂ ਜੀ ਕਹਿੰਦੇ ਹਨ, ਜਿਉਂ-ਜਿਉਂ ਗੁਰੂ ਦੀ ਮੱਤ ਧਾਰਨ ਕਰਦੇ ਜਾਵਾਂਗੇ, ਅਮਲੀ ਜੀਵਨ ਬਣਾਵਾਂਗੇ, ਕਮਾਈ ਕਰਾਂਗੇ ਉਸ ਤਰ੍ਹਾਂ ਦੀ, ਗੁਰੂ ਦੀ ਬਾਣੀ ਦੀ ਸਿੱਖਿਆ ਦੇ ਨਾਲ ਜੋ ਕਮਾਈ ਕਰਾਂਗੇ, ਜੋ ਕਮਾਈ ਸਾਡੇ ਨਾਲ ਜਾਏਗੀ, ਉਹ ਰਾਸ਼ੀ, ਉਹ ਹੀ ਸਾਡੇ ਨਾਲ ਜੋ ਹੈ, ਉਹੀ ਅਸੀਂ ਸਮਝਣਾ ਹੈ ਕਿ ਉਹ ਜੋਤ ਸਰੂਪ ਅਸੀਂ ਬਣਦੇ ਜਾਵਾਂਗੇ। ਫਿਰ ਸਾਡੇ ਅੰਦਰੋਂ ਜੋ ਹੈ ਉਹ ਜਨਮਾਂ ਦੇ ਸਾਰੇ ਵਿਕਾਰ, ਵਿਸ਼ੇ ਵਿਕਾਰ, ਮੈਲਾਂ ਦੂਰ ਹੁੰਦੀਆਂ ਜਾਣਗੀਆਂ ਤੇ ਜੋਤ ਜੋ ਹੈ ਅੰਦਰੋਂ ਪ੍ਰਗਟ ਹੋਵੇਗੀ, ਉਹ ਅੰਦਰੋਂ ਹੀ ਲੱਭੇਗੀ ਔਰ ਉਸ ਜੋਤ ਦੇ ਨਾਲ ਸਾਡਾ ਜੀਵਨ ਸਵਰੇਗਾ। ਤੇ ਗੁਰੂ ਜੀ ਕਹਿੰਦੇ ਹਨ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਉਹ ਹਰੀ ਪਿਆਰਾ ਤੇਰੇ ਨਾਲ ਹੈ। ਕੌਣ ਹੈ ਉਹ? ਅੰਦਰ ਦੀ ਆਤਮਾ, ਅੰਦਰ ਦਾ ਜੀਓ, ਉਹ ਹਰੀ ਹੈ, ਉਸ ਦਾ ਅੰਸ਼ ਸਾਡੇ ਪਾਸ ਹੈ, ਉਹ ਅੰਸ਼ੀ ਹੈ ਪਰਮੇਸ਼ਵਰ, ਤੇ ਉਹ ਮੇਰੇ ਨਾਲ ਹੈ। ਗੁਰਮਤੀ ਰੰਗ ਮਾਣ, ਗੁਰੂ ਦੀ ਮੱਤ ਦੇ ਨਾਲ ਤੂੰ ਸਾਰੇ ਰੰਗ ਮਾਣ ਕੇ ਤਾਂ ਦੇਖ।
ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਛਾਣੇ ਤਾਂ ਸੋ ਜਾਣੇ, ਮਰਨ ਜੀਵਨ ਕੀ ਸੋਜੀ ਹੋਈ। ਮੂਲ ਪਛਾਣੇ, ਆਪਣੇ ਅੰਦਰ ਦੇ ਮੂਲ ਨੂੰ ਪਛਾਣਾਂਗੇ, ਪਰਮੇਸ਼ਵਰ ਦੇ ਅੰਸ਼ ਨੂੰ ਜਦੋਂ ਪ੍ਰਤੀਤ ਕਰਾਂਗੇ ਤਾਂ ਸਹੁ ਜਾਣੇ, ਉਸ ਸਹੁ ਨੂੰ, ਉਸ ਪਰਮੇਸ਼ਵਰ ਨੂੰ ਜਾਣਾਂਗੇ। ਮੂਲ ਪਛਾਣੇ ਤਾਂ ਸਹੁ ਜਾਣੇ, ਮਰਨ ਜੀਵਨ ਕੀ ਸੋਜੀ ਹੋਈ। ਗੁਰ ਪ੍ਰਸਾਦੀ ਏਕੋ ਜਾਣੇ। ਤਾਂ ਮਰਨ ਔਰ ਜੀਵਨ ਦੀ ਸੋਝੀ ਆ ਜਾਏਗੀ। ਉਹ ਸੋਝੀ ਕਿਸ ਤਰ੍ਹਾਂ ਆਏਗੀ? ਗੁਰੂ ਦੀ ਮੱਤ ਦੇ ਨਾਲ ਪੁਰਾਣੀ ਮੱਤ ਨੂੰ ਮਾਰ ਦਿਆਂਗੇ, ਵਿਚਾਰ ਬਦਲ ਲਵਾਂਗੇ ਜਦੋਂ, ਤਾਂ ਸਮਝ ਆਏਗਾ ਕਿ ਹੁਣੇ ਜੀਂਦਿਆਂ ਜੀ ਅਸੀਂ ਆਪਣੀ ਪੁਰਾਣੀ ਮੱਤ, ਭੈੜੀ ਸੰਸਕਾਰ ਜੋ ਸਾਡੇ ਅੰਦਰ ਰਿਕਾਰਡ ਹੋਏ ਹਨ ਪੁਰਾਣੇ ਜਨਮਾਂ ਦੇ, ਉਹਨਾਂ ਨੂੰ ਗੁਰੂ ਦੀ ਮੱਤ ਦੇ ਨਾਲ ਜਦੋਂ ਡਿਲੀਟ ਕਰਦੇ ਜਾਵਾਂਗੇ ਤਾਂ ਸਾਡੀ ਅੰਦਰ ਦੀ ਜੋਤ ਪ੍ਰਗਟ ਹੋਵੇਗੀ। ਪਰਮੇਸ਼ਵਰ ਸਾਨੂੰ ਅੰਦਰੋਂ ਹੀ ਲੱਭੇਗਾ। ਤਾਂ ਕਹਿੰਦੇ ਹਨ ਮਰਨ ਜੀਵਨ ਦੀ ਸੋਝੀ ਆ ਜਾਏਗੀ। ਇਸੀ ਜੀਵਨ ਦੇ ਅੰਦਰ ਅਸੀਂ ਨਵੇਂ ਜੀਵਨ ਵਿੱਚ ਪ੍ਰਵੇਸ਼ ਕਰ ਜਾਵਾਂਗੇ। ਉਹ ਜੀਵਨ ਕੈਸਾ ਸੁਖਮਈ ਜੀਵਨ ਹੋਏਗਾ। ਹੁਣੇ ਸਾਡਾ ਜੀਵਨ ਦੁਖਮਈ ਹੈ। ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਤਪਸ਼, ਕੋਈ ਨਾ ਕੋਈ ਕਲੇਸ਼ ਸਾਡੇ ਮਨ ਦੇ ਅੰਦਰ ਚਲਦਾ ਹੀ ਰਹਿੰਦਾ ਹੈ। ਕੋਈ ਨਾ ਕੋਈ ਚਿੰਤਾ, ਵਹਿਮ, ਭਰਮ, ਕੋਈ ਨਾ ਕੋਈ ਡਰ ਦੇ ਅੰਦਰ ਅਸੀਂ ਜੀਵਨ ਜੀਂਦੇ ਰਹਿੰਦੇ ਹਾਂ। ਪਰ ਜਦੋਂ ਗੁਰੂ ਦੀ ਜੋਤ, ਉਹ ਮਨ ਦੀ ਜੋਤ ਅੰਦਰ ਪ੍ਰਗਟ ਹੋ ਗਈ ਤਾਂ ਸਾਡਾ ਜੀਵਨ ਸੁਖਮਈ ਬਣ ਜਾਏਗਾ। ਮਰਨ ਜੀਵਨ ਕੀ ਸੋਝੀ ਹੋਈ, ਗੁਰ ਪ੍ਰਸਾਦੀ ਏਕੋ ਜਾਣੇ, ਤਾਂ ਦੂਜਾ ਪਾਉ ਨ ਹੋਈ। ਤੇ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦੀ ਏਕੋ ਜਾਣੇ, ਗੁਰੂ ਦੀ ਕਿਰਪਾ ਦੇ ਨਾਲ ਉਸ ਜੋਤ ਨੂੰ ਹਰ ਇੱਕ ਦੇ ਅੰਦਰ ਅਸੀਂ ਪ੍ਰਤੀਤ ਕਰਾਂਗੇ। ਉਹ ਸਾਡਾ ਮਨ ਜੋ ਹੈ ਜੋਤ ਸਰੂਪ ਬਣ ਜਾਏਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਅਸੀਂ ਮਨ ਦੀ ਖੋਜ ਰੋਜ਼ ਕਰਨੀ ਹੈ। ਮਨ ਦੇ ਅੰਦਰ ਬਹੁਤ ਸਾਰੀ ਇੱਛਾਵਾਂ ਹਨ। ਇੱਛਾਵਾਂ ਕੈਸੀਆਂ ਹਨ? ਜਦੋਂ ਅਸੀਂ ਸੰਸਾਰ ਵਿੱਚ ਸੰਸਾਰਮਈ ਬਣਦੇ ਹਾਂ, ਸੰਸਾਰ ਵਿੱਚ ਘੁੰਮਦੇ ਫਿਰਦੇ ਹਾਂ, ਉੱਠਦੇ ਬੈਠਦੇ ਹਾਂ, ਸੰਸਾਰ ਦੇ ਪਦਾਰਥਾਂ ਨੂੰ ਤੇ ਲੋਕਾਂ ਨੂੰ ਮਿਲ ਕੇ ਸਾਡੇ ਅੰਦਰ ਜੋ ਬਾਹਰ ਦੇ ਪਦਾਰਥ ਹਨ ਉਹਨਾਂ ਨੂੰ ਪਾਉਣ ਦੀ ਇੱਛਾ ਹੁੰਦੀ ਹੈ। ਇੱਛਾ ਹੁੰਦੀ ਹੈ ਤਾਂ ਵਿਚਾਰ ਬਣਦੇ ਹਨ, ਵਿਚਾਰ ਬਣਦੇ ਹਨ ਤਾਂ ਬੋਲ ਬਣਦੇ ਹਨ, ਬੋਲ ਬਣਦੇ ਹਨ ਤਾਂ ਕਰਮ ਬਣਦੇ ਹਨ। ਤਾਂ ਸਾਨੂੰ ਸਾਡੇ ਕਰਮ ਅੱਛੇ ਬਣਾਉਣ ਦੇ ਲਈ ਸੰਸਾਰਮਈ ਤੋਂ ਦ੍ਰਿਸ਼ਟੀ ਉਠਾ ਕੇ ਅੰਤਰਮੁਖੀ ਬਣਨਾ ਹੈ। ਅੰਤਰਮੁਖੀ ਹੋਣ ਦੇ ਨਾਲ ਸਾਡਾ ਮਨ ਜੋ ਹੈ ਅੰਦਰ ਦੀ ਜੋਤ ਨੂੰ ਪਹਿਚਾਣੇਗਾ। ਬਾਹਰੋਂ ਦ੍ਰਿਸ਼ਟੀ ਹਟਾ ਕੇ ਆਪਣੇ ਅੰਦਰ ਦੀ ਯਾਤਰਾ ਕਰਨੀ ਹੈ। ਤਾਂ ਮਨ ਨੂੰ, ਮਨ ਦੀ ਜੋਤ ਨੂੰ ਪਹਿਚਾਨਣਾ ਹੈ। ਤਾਂ ਮਨ ਨੂੰ ਰੋਜ਼ ਖੋਜਣਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਛਾਣੇ ਤਾਂ ਸੋ ਜਾਣੇ, ਮਰਨ ਜੀਵਨ ਕੀ ਸੋਜੀ ਹੋਈ। ਗੁਰ ਪ੍ਰਸਾਦੀ ਏਕੋ ਜਾਣੇ, ਤਾਂ ਦੂਜਾ ਭਾਵ ਨ ਹੋਈ। ਸੋ ਮਨ ਦੀ ਜੋਤ ਨੂੰ ਅਸੀਂ ਕਿਵੇਂ ਪ੍ਰਗਟ ਹੋਏਗੀ? ਗੁਰੂ ਦੀ ਮੱਤ ਧਾਰਨ ਕਰਕੇ ਅਮਲੀ ਜੀਵਨ ਬਣਾਵਾਂਗੇ, ਰੋਜ਼ ਕਮਾਈ ਕਰਾਂਗੇ ਤਾਂ ਗੁਰੂ ਦੀ ਜੋਤ ਪਹਿਲੇ, ਮਨ ਦੀ ਜੋਤ ਪਹਿਲੇ ਪ੍ਰਭੂ ਦੇ ਗੁਣਾਂ ਦੇ ਨਾਲ ਪ੍ਰਗਟ ਹੋਏਗੀ। ਪ੍ਰਭੂ ਦੇ ਗੁਣ ਅੰਦਰ ਪ੍ਰਗਟ ਹੋਣਗੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦਿਆਈ। ਤਿਹਾ ਕੋਈ ਨ ਸੂਝਈ, ਜੇ ਤਿਸ ਗੁਣ ਕੋਈ ਕਰੇ। ਸੋ ਸਭ ਤੋਂ ਪਹਿਲੇ ਜੋਤ ਪ੍ਰਗਟ ਹੋਣ ਦੀ ਕੀ ਨਿਸ਼ਾਨੀ ਹੋਏਗੀ? ਪ੍ਰਭੂ ਦੇ ਗੁਣ ਅੰਦਰ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ ਔਰ ਗਿਆਨ ਪ੍ਰਗਟ ਹੋਏਗਾ।
ਗੁਰੂ ਦਾ ਗਿਆਨ, ਗੁਰੂ ਦੀ ਬਾਣੀ ਤੇ ਨਾਲ ਜੋ ਗਿਆਨ ਹੈ ਉਹ ਅੰਦਰੋਂ ਪ੍ਰਗਟ ਹੋਏਗਾ। ਜਦ ਗੁਰੂ ਦੀ ਬਾਣੀ ਨੂੰ ਰੋਜ਼ ਪੜਾਂਗੇ, ਇੱਕ ਦੋ ਸ਼ਬਦ ਰੋਜ਼ ਲਿਖਾਂਗੇ, ਸ਼ਬਦ ਦੀ ਵਿਚਾਰ ਕਰਾਂਗੇ, ਤਾਂ ਉਹ ਗੁਰੂ ਦਾ ਗਿਆਨ ਅੰਦਰੋਂ ਪ੍ਰਗਟ ਹੋਏਗਾ ਗੁਰੂ ਦੀ ਮਿਹਰ ਦੇ ਨਾਲ। ਬਾਹਰ ਦੇ ਗਿਆਨ ਅਸੀਂ ਕਿਤਾਬਾਂ ਪੜ੍ਹ ਕੇ ਜਾਂ ਮੋਬਾਈਲ 'ਚੋਂ YouTube ਤੋਂ ਦੇਖ ਕੇ ਅਸੀਂ ਬਹੁਤ ਸਾਰੇ ਗਿਆਨ, ਜਾਂ TV ਦੇਖ ਕੇ ਅਸੀਂ ਬਹੁਤ ਸਾਰਾ ਗਿਆਨ ਇਕੱਤਰ ਕਰ ਲੈਂਦੇ ਹਾਂ। ਉਹ ਗਿਆਨ ਜੋ ਹੈ ਉਹ ਇੱਕ ਇਨਫੋਰਮੇਸ਼ਨ ਹੈ। ਇਨਫੋਰਮੇਸ਼ਨ ਸਾਰਿਆਂ ਨੂੰ ਬਹੁਤ ਸਾਰੀ ਹੈ, ਕਲੈਕਸ਼ਨ ਆਫ ਇਨਫੋਰਮੇਸ਼ਨ। ਉਹ ਗਿਆਨ ਅਲੱਗ ਹੈ। ਇਹ ਜੋ ਅੰਦਰ ਉਹ ਜਦ ਗਿਆਨ ਸੋਝੀ ਬਣ ਕੇ ਪ੍ਰਗਟ ਹੁੰਦਾ ਹੈ, ਜਦ ਸਾਡਾ ਸੁਭਾਅ ਬਣ ਜਾਂਦਾ ਹੈ, ਉਹ ਗਿਆਨ ਅਲੱਗ ਹੈ। ਸੋ ਦੋ ਰੂਪ ਦੇ ਅੰਦਰ ਜੋਤ ਪ੍ਰਗਟ ਹੋਵੇਗੀ। ਪਹਿਲੇ ਪ੍ਰਭੂ ਦੇ ਗੁਣ ਪ੍ਰਗਟ ਹੋਣਗੇ, ਫਿਰ ਪ੍ਰਭੂ ਦਾ ਗਿਆਨ ਪ੍ਰਗਟ ਹੋਏਗਾ, ਸਪਿਰਿਚੁਅਲ ਨੌਲੇਜ। ਉਹ ਗਿਆਨ ਦਾ ਝਰਨਾ ਅੰਦਰੋਂ ਹੀ ਫੁੱਟੇਗਾ। ਕਹਿੰਦੇ ਹਨ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਸ਼ਬਦ ਦੀ ਵਿਚਾਰ ਦੇ ਨਾਲ ਅਸੀਂ ਉਸ ਨੂੰ ਰੋਜ਼ ਉਸ ਅੰਮ੍ਰਿਤ ਨੂੰ ਪੀ ਸਕਾਂਗੇ, ਉਸ ਅੰਮ੍ਰਿਤ ਨਾਮ ਨੂੰ। ਤੋ ਮਨ ਦੀ ਜੋਤ ਨੂੰ ਪ੍ਰਗਟ ਕਰਨ ਦੇ ਲਈ ਅਸੀਂ ਅੱਜ ਤੱਕ ਕਿਤਨਾ ਕੁ ਪ੍ਰਯਾਸ ਕੀਤਾ। ਫਿਰ ਸਾਨੂੰ ਗੁਰੂ ਦੀ ਮਿਹਰ, ਗੁਰੂ ਦੀ ਕਿਰਪਾ ਦੇ ਨਾਲ ਸਾਡੇ ਅੰਦਰ ਇਹ ਦੋ ਰੰਗ ਪ੍ਰਗਟ ਹੋਣਗੇ। ਆਓ ਅਸੀਂ ਸਮਝੀਏ ਕਿ ਅਸੀਂ ਗੁਰੂ ਮਹਾਰਾਜ ਜੋ ਬਾਣੀ ਲਿਖਦੇ ਹਨ, ਕਬੀਰ ਸਾਹਿਬ ਦੀ ਬਾਣੀ ਹੈ, ਮਨ ਜਾਣਤ ਸਭ ਬਾਤ, ਜਾਣਤ ਹੀ ਅਵਗੁਣ ਕਰੇ, ਹਾਥ ਦੀਪ ਕੂਏ ਪਰੇ, ਕਾਹੇ ਕੀ ਕੁਸ਼ਲਾਤ। ਜਿਸ ਤਰ੍ਹਾਂ ਅਸੀਂ ਹੁਣੇ ਗੱਲ ਕੀਤੀ ਨਾ ਕਿ ਮਨ ਨੂੰ ਗਿਆਨ ਬਹੁਤ ਹੈ ਸਾਨੂੰ, ਉਸ ਗਿਆਨ ਤੇ ਅਸੀਂ ਟੁਰ ਨਹੀਂ ਪਾਉਂਦੇ, ਸਿਰਫ ਲੋਕਾਂ ਨੂੰ ਵੰਡਦੇ ਰਹਿੰਦੇ ਹਾਂ। ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਸੁਣਾਉਂਦੇ ਹਾਂ, ਬਾਣੀ ਨੂੰ ਸੁਣ ਕੇ ਗਿਆਨ ਨੂੰ ਧਾਰਨ ਨਹੀਂ ਕਰਦੇ। ਤੇ ਗੁਰੂ ਜੀ ਕਹਿੰਦੇ ਹਨ, ਭਗਤ ਕਬੀਰ ਜੀ ਦੱਸਦੇ ਹਨ, ਮਨ ਜਾਣਤ ਸਭ ਬਾਤ। ਮਨ ਨੂੰ ਸਾਰਾ ਗਿਆਨ ਹੈ, ਸਾਰੀ ਨੌਲੇਜ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਅਵਗੁਣ ਕਰੇ। ਜਾਣ ਕੇ ਅਵਗੁਣ ਕਰਦਾ ਹੈ। ਉਹ ਰੋਜ਼ ਹਾਥ ਦੀਪ ਕੂਏ ਪੜੇ। ਨੌਲੇਜ ਹੈ ਹੱਥ ਵਿੱਚ, ਗੁਰੂ ਦੇ ਗਿਆਨ ਦਾ ਦੀਪਕ ਹੈ। ਉਹ ਗਿਆਨ ਵੱਖਰਾ ਹੈ ਜੋ ਹਾਲੀ ਅਮਲੀ ਨਹੀਂ ਬਣਿਆ। ਹਾਥ ਦੀਪਕ ਕੂਏ ਪੜੇ, ਰੋਜ਼ ਖੂਚ ਡਿੱਗਦਾ ਹੈ, ਕਦੀ ਮੋਹ ਮਾਇਆ ਦੇ, ਕਦੀ ਝੂਠ ਦੇ, ਕਦੀ ਨਫ਼ਰਤ ਦੇ, ਕਦੀ ਕ੍ਰੋਧ ਦੇ, ਕਦੀ ਅਪਸੈਟਨੈਸ ਦੇ, ਕਦੀ ਡਰ ਦੇ, ਰੋਜ਼ ਖੂਚ ਡਿੱਗਦਾ ਹੈ। ਹਾਥ ਦੀਪ ਕੂਏ ਪਰੇ, ਕਾਹੇ ਕੀ ਕੁਸ਼ਲਾਤ। ਫਿਰ ਕੁਸ਼ਲ ਕਿਵੇਂ ਹੋਏਗਾ? ਸੁਖ ਸ਼ਾਂਤੀ ਸੁਖਮਈ ਜੀਵਨ ਕਿਵੇਂ ਬਣੇਗਾ? ਤਾਂ ਇਹ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ ਬਾਣੀ ਦੇ ਅੰਦਰ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਅਵਗੁਣ ਕਰੇ, ਕਾਹੇ ਕੀ ਕੁਸ਼ਲਾਤ। ਹਾਥ ਦੀਪ ਕੂਏ ਪਰੇ, ਕਾਹੇ ਕੀ ਕੁਸ਼ਲਾਤ। ਸੋ ਇਹ ਸਮਝਣਾ ਹੈ, ਸਭ ਨੂੰ ਬੜਾ ਗਿਆਨ ਹੈ, ਸਾਰੇ ਸੋਝੀਵਾਨ ਹਨ। ਇਸ ਕਰਕੇ ਕੋਈ ਜਦੋਂ ਗਿਆਨ ਦਿੰਦਾ ਹੈ ਤਾਂ ਅਸੀਂ ਉਸ ਨੂੰ ਆਪਣਾ ਗਿਆਨ ਦੇਣ ਦੀ ਅੱਗੋਂ ਕੋਸ਼ਿਸ਼ ਕਰਦੇ ਹਾਂ। ਪਰ ਅਸੀਂ ਆਪਣਾ ਗਿਆਨ ਕਿਸ ਤਰ੍ਹਾਂ ਦੇਣਾ ਹੈ? ਜਦ ਸਾਡਾ ਜੀਵਨ ਵੈਸਾ ਸਵਰ ਜਾਏਗਾ ਤੇ ਸਾਡਾ ਸਵਰਿਆ ਹੋਇਆ ਜੀਵਨ ਦੇਖ ਕੇ ਆਪੇ ਹੀ ਲੋਕਾਂ ਨੂੰ ਗਿਆਨ ਮਿਲ ਜਾਏਗਾ, ਕਹਿਣ ਦੀ ਲੋੜ ਨਹੀਂ ਪਏਗੀ ਸਾਨੂੰ। ਤਾਂ ਗੁਰੂ ਜੀ ਕਹਿੰਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਅਮਲੀ ਜੀਵਨ ਬਣਾਉਣਾ ਹੈ, ਭਾਵੇਂ ਉਹ ਕੋਈ ਵੀ ਹੋਵੇ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਸਨ ਮੱਕਾ ਮਦੀਨਾ ਜਾਂ ਇਸਲਾਮ ਕੰਟਰੀ ਵਿੱਚ, ਤਾਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕਿਤਾਬ ਖੋਲ ਕੇ ਦੱਸੋ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤਾਂ ਗੁਰੂ ਜੀ ਨੇ ਕਿਹਾ ਸੀ, ਸ਼ੁਭ ਅਮਲਾ ਬਾਜੋਂ ਦੋਨੋਂ ਰੋਈ। ਕੋਈ ਵੱਡਾ ਨਹੀਂ ਹੈ, ਨਾ ਹਿੰਦੂ ਨਾ ਮੁਸਲਮਾਨ। ਜੋ ਸ਼ੁਭ ਅਮਲ ਨਹੀਂ ਕਰੇਗਾ,
ਉਹ ਦੋਨੋਂ ਰੋਣਗੇ। ਤਾਂ ਆਪਣਾ ਜੀਵਨ ਸਾਨੂੰ ਅਮਲੀ ਬਣਾਉਣਾ ਹੈ। ਜਦ ਇਹ ਜੋਤ ਪ੍ਰਗਟ ਹੋਏਗੀ ਤਾਂ ਸਾਨੂੰ ਸਮਝ ਆਏਗਾ ਕਿ ਸਾਰਿਆਂ ਦੇ ਅੰਦਰ ਅਸੀਂ ਜੋਤ ਨੂੰ ਮਹਿਸੂਸ ਕਰਾਂਗੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਵਾਹਿਗੁਰੂ जय जय देखा ते जोत तुम्हारी, तेरा रूप किनेहा। जय जय देखा ते जोत तुम्हारी, तेरा रूप किनेहा। एकत रूप फिरे पर छन्ना, कोई न किसी जिया। ਕੋਈ ਕਿਸੇ ਵਰਗਾ ਨਹੀਂ ਹੈ। ਸਾਰਿਆਂ ਦੇ ਰੂਪ ਰੰਗ ਆਕਾਰ ਅਲੱਗ ਅਲੱਗ ਹਨ, ਗੁਰੂ ਮਹਾਰਾਜ ਕਹਿੰਦੇ ਹਨ, ਪਰ ਅੰਦਰਲੀ ਜੋਤ ਇੱਕੋ ਹੀ ਹੈ। ਫਿਰ ਜਦੋਂ ਤੁਹਾਡੇ ਅੰਦਰ ਇਹ ਗਿਆਨ ਪ੍ਰਗਟ ਹੋ ਜਾਏਗਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਤਾਂ ਅਸੀਂ ਸਭ ਦੇ ਅੰਦਰ ਉਸ ਜੋਤ ਨੂੰ ਪ੍ਰਤੀਤ ਕਰਾਂਗੇ, ਉਸ ਜੋਤ ਨੂੰ ਮਹਿਸੂਸ ਕਰਾਂਗੇ। ਫਿਰ ਜਦੋਂ ਮਾਂ ਦੇ ਕੋਲ ਬੈਠਾਂਗੇ, ਪਤੀ ਕੋਲ ਬੈਠਾਂਗੇ, ਜਾਂ ਬੱਚਿਆਂ ਕੋਲ ਬੈਠਾਂਗੇ, ਜਾਂ ਕਿਸੇ ਹੋਰ ਮਿੱਤਰ ਸੰਬੰਧੀ ਕੋਲ ਬੈਠਾਂਗੇ, ਤਾਂ ਉਹਨਾਂ ਦਾ ਗੁਣ, ਉਹਨਾਂ ਦੇ ਅਵਗੁਣ ਦੇਖ ਕੇ ਜਾਂ ਉਹਨਾਂ ਦਾ ਸੁਭਾਅ ਦੇਖ ਕੇ ਸਾਡੇ ਅੰਦਰ ਨਫ਼ਰਤ, ਅਪਸੈਟਨੈਸ, ਕ੍ਰੋਧ ਨਹੀਂ ਆਏਗਾ। ਸਾਨੂੰ ਅੰਦਰਲੇ ਨਾਲ ਜੁੜਨਾ ਹੈ, ਜੋ ਅੰਦਰਲੀ ਜੋਤ ਹੈ ਸਾਰਿਆਂ ਦੇ ਅੰਦਰ। ਉੱਪਰਲਾ ਸਰੀਰ ਨਾ ਦੇਖਦੇ ਹੋਏ ਉਸ ਅੰਦਰਲੀ ਜੋਤ ਨਾਲ ਜੁੜ ਕੇ ਸਭ ਨਾਲ ਪਿਆਰ ਕਰਨਾ ਹੈ। ਉਹ ਆਪਣੇ ਆਪ ਹੋਏਗਾ, ਕਿਉਂਕਿ ਉਹ ਜੋਤ ਇੱਕੋ ਹੀ ਹੈ। ਸਾਰੇ ਦੇ ਸਾਰੇ ਅਸੀਂ ਇੱਕ ਹੀ ਹਾਂ। ਵਾਹਿਗੁਰੂ ਵਾਹਿਗੁਰੂ, जय जय देखा ते जोत तुम्हारी, तेरा रूप किनेहा। एकत रूप फिरे पर छन्ना, कोई न किसी जिहा। अव्वल अल्लाह नूरी उपाया, कुदरत के सब बंदे, कुदरत के सब बंदे। एक नूर ते सब जग उपजिया, कौन भले को मंदे। उस एक नूर तो सारे बने, माटी एक अनेक पात कर, साजी साजनहारे। ना कच पोच माटी के पांडे, ना कच पोच कुमारे। एक मट्टी दे असी बने आ सारे दे सारे, ਸਾਰੇ ਇੱਕ ਮਿੱਟੀ ਦੇ ਬਣੇ ਹਾਂ, ਔਰ ਇੱਕ ਜੋਤ ਸਾਰਿਆਂ ਦੇ ਅੰਦਰ। ਉਹੀ ਪੰਜ ਤੱਤ ਸਾਰਿਆਂ ਦੇ ਅੰਦਰ, ਉਹੀ ਜੀਓ ਸਭ ਦੇ ਅੰਦਰ ਹੈ। ਸਭ ਦੇ ਨਾਲ, ਸਾਰਿਆਂ ਦੇ ਜੀਓ ਦੇ ਨਾਲ, ਅੰਦਰਲੀ ਜੋਤ ਦੇ ਨਾਲ ਸੰਬੰਧ ਰੱਖਣਾ, ਔਰ ਪ੍ਰੇਮ ਦਾ ਸੰਬੰਧ ਰੱਖਣਾ, ਭਾਵ ਦਾ ਸੰਬੰਧ ਰੱਖਣਾ ਪਰਮੇਸ਼ਵਰ ਦੇ ਨਾਲ ਵੀ। अव्वल अल्लाह नूरे उपाया, कुदरत के सब बंदे। एक नूर ते सब जग उपजिया, कौन भले को मंदे। कौन भले को मंदे। वाहेगुरु वाहेगुरु वाहेगुरु। ਸੰਸਾਰ ਵਿੱਚ ਵਿਚਰਨ ਕਰਦਿਆਂ ਹੋਇਆਂ ਸਾਡੇ ਮਨ ਨੇ ਇੱਕ ਝੂਠੀ ਇਮੇਜ ਬਣਾ ਲਈ ਹੈ।
ਉਸ ਇਮੇਜ ਨੂੰ ਅਸੀਂ ਮੇਨਟੇਨ ਕਰ ਰਹੇ ਹਾਂ, ਉਸ ਪਾਖੰਡ ਵਿੱਚ ਅਸੀਂ ਜੀ ਰਹੇ ਹਾਂ। ਉਸ ਪਾਖੰਡ ਨੂੰ ਸਮਝਣਾ ਹੈ, ਉਸ ਝੂਠੀ ਇਮੇਜ ਨੂੰ ਤੋੜ ਕੇ ਅੰਦਰ ਦੀ ਜੋਤ ਨੂੰ, ਜੋ ਅਸਲ ਜੋਤ ਹੈ, ਜੋ ਅਸਲ ਪ੍ਰਕਾਸ਼ ਹੈ, ਜੋ ਅਸਲ ਸ਼ਾਂਤਮਈ ਹੈ, ਉਸ ਦੇ ਨਾਲ ਜੁੜਨਾ ਹੈ। ਬਾਹਰ ਕਿਤਨਾ ਵੀ ਅਪਸੈਟਨੈਸ ਚਲਦੀ ਰਹੇ, ਕਲੇਸ਼ ਹੋਵੇ, ਸਾਡਾ ਅੰਦਰਲਾ ਮਨ ਸ਼ਾਂਤ ਰਹੇ, ਅੰਦਰਲੇ ਨਾਲ ਜੁੜਿਆ ਰਹੇ, ਅੰਦਰਲੇ ਪਿਆਰੇ ਦੇ ਨਾਲ ਜੁੜਿਆ ਰਹੇ। ਔਰ ਹਮੇਸ਼ਾ ਕੁਝ ਵੀ ਹੋਵੇ, ਉਹ ਅੰਦਰ ਆਪਣੇ ਉਸ ਪਰਮੇਸ਼ਵਰ ਦੇ ਗੀਤ, ਉਹਦਾ ਸਿਮਰਨ ਗੁਣਗੁਣਾਉਂਦਾ ਰਹੇ ਔਰ ਖੁਸ਼ ਰਹੇ। ਅੰਦਰਲੇ ਨਾਲ ਰਹਿ ਕੇ ਬਹੁਤ ਸ਼ਾਂਤ ਹੋ, ਸ਼ਾਂਤਮਈ ਸੁਖਮਈ ਜੀਵਨ ਹੋ ਜਾਂਦਾ ਹੈ। ਬਾਹਰਲਿਆਂ ਨਾਲ ਜੁੜ ਕੇ ਦੁੱਖਮਈ ਜੀਵਨ ਰਹਿੰਦਾ ਹੈ। ਬਾਹਰ ਜੀਂਦਿਆਂ ਜੀ ਨਿਰਲੇਪ ਹੋ ਕੇ ਉਸ ਅੰਦਰਲੇ ਪਿਆਰੇ ਪਰਮੇਸ਼ਵਰ ਨਾਲ ਜੁੜੇ ਰਹਿ ਕੇ ਆਪਣੇ ਮਨ ਨੂੰ ਹਰ ਸਮੇਂ ਸ਼ਾਂਤ ਰੱਖਣਾ ਹੈ ਔਰ ਉਸ ਪਰਮੇਸ਼ਵਰ ਦੇ ਸ਼ਬਦ, ਉਸ ਪਰਮੇਸ਼ਵਰ ਦਾ ਸਿਮਰਨ ਕਰਦੇ ਰਹਿਣਾ ਹੈ। ਵਾਹਿਗੁਰੂ 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 ਵਾਹਿਗੁਰੂ। ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਪ੍ਰਭੂ ਜੀ ਕਿਰਪਾ ਕਰਨੀ, ਮਿਹਰ ਕਰਨੀ, ਬਖਸ਼ ਲੈਣਾ ਜੀ।